अजकल ਦੀਆਂ ਦੁਲਹਨਾਂ ਬੜੀਆਂ ਮਾਡਰਨ ਨੇ दूल्हे ਨਾਲ ਜ਼ਿਆਦਾ ਉਹਨਾਂ ਕੋਲ ਇਨਫੋਰਮੇਸ਼ਨ ਹੁੰਦੀਆਂ ਨੇ ਵਿਆਹ ਤੋਂ ਪਹਿਲਾਂ ਹੀ दूल्हे ਨੂੰ ਫੋਨ ਕਰਕੇ ਆਦੀਆਂ ਮੈਂ ਇਸ ਤਰ੍ਹਾਂ ਦਾ ਲਹਿੰਗਾ ਲੈਣਾ ਹੈ, ਮੈਂ ਇਸ ਤਰ੍ਹਾਂ ਦਾ ਮੇਕਅਪ ਕਰਾਉਣਾ, ਮੈਂ ਇਸ ਤਰ੍ਹਾਂ ਦੀ ਜੁੱਤੀ ਲੈਣੀ ਹੈ, ਮੈਂ ਤੁਹਾਡੇ ਘਰ ਆਵਾਂ ਤੇ ਮੈਂ ਇਸ ਤਰ੍ਹਾਂ ਦੀਆਂ ਫੋਟੋਆਂ ਛੁਕਵਾਉਣੀਆਂ ਨੇ। ਜਵਾਨ ਕਹਿੰਦਾ ਮੇਰੀ ਮੰਗਣੀ ਹੋਈ ਸੀ, ਮੇਰੀ ਕਦੇ ਵੀ ਆਪਣੀ ਮੰਗੇਤਰ ਨਾਲ ਕਦੇ ਗੱਲ ਨਹੀਂ ਸੀ ਹੋਈ, ਹੁਣ ਘਰਦਿਆਂ ਮੇਰੇ ਦਿਹਾੜੇ ਕੀਤੇ ਸੀ। ਕਹਿੰਦਾ ਅਚਾਨਕ ਮੈਨੂੰ WhatsApp ਤੇ ਮੈਸੇਜ ਆਇਆ, ਉਹਨੇ ਲਿਖਿਆ ਕਿ ਮੈਂ ਫਲਾਣੀ ਬੋਲਣੀ ਹੈ ਵੀ। ਕਹਿੰਦਾ ਮੈਂ ਫਟਾਫਟ ਬੜਾ ਖੁਸ਼ ਹੋ ਕੇ ਉਹਨੂੰ ਮੈਸੇਜ ਕਰਨਾ ਸ਼ੁਰੂ ਹੋ ਗਿਆ ਕਿਉਂਕਿ ਮੇਰੀ ਮੰਗੇਤਰ ਹੀ ਕਦੇ ਮੇਰੀ ਉਹਦੇ ਨਾਲ ਗੱਲ ਨਹੀਂ ਸੀ ਹੋਈ। ਹੁਣ ਸਾਡੇ ਦਿਹਾੜੇ ਹੋ ਗਏ ਸੀ, ਜ਼ਾਹਿਰ ਗੱਲ ਹੈ ਸ਼ਾਦੀ ਹੋਣੀ ਸੀ। ਕਹਿੰਦਾ 2 ਦਿਨ ਜਿਹੜਾ ਬੜੇ ਪਿਆਰ ਮੁਹੱਬਤ ਨਾਲ ਗੱਲਾਂ ਬਾਤਾਂ ਕਰਦੀ ਰਹੀ। ਕਹਿੰਦਾ 2 ਦਿਨ ਬਾਅਦ ਮੈਨੂੰ ਫੋਟੋਆਂ ਭੇਜ ਦੀਆਂ ਕਿ ਮੈਂ ਇਸ ਤਰ੍ਹਾਂ ਦਾ ਲਹਿੰਗਾ ਲੈਣਾ ਹੈ, ਮੈਂ ਇਸ ਤਰ੍ਹਾਂ ਦਾ ਮੇਕਅਪ ਕਰਾਉਣਾ ਹੈ, ਇਸ ਤਰ੍ਹਾਂ ਦੀ ਮੈਂ ਜੁੱਤੀ ਲੈਣੀ ਹੈ, ਨਾਲੇ ਤੁਹਾਡੇ ਨਾਲ ਮੈਂ ਫੋਟੋਆਂ ਘਰ ਚੁਕਵਾਉਣੀਆਂ ਨੇ, ਫਲਾਣਾ ਫੋਟੋਗ੍ਰਾਫਰ ਹੋਵੇ। ਕਹਿੰਦਾ ਮੈਂ ਕਿਹਾ ਚੱਲ ਕੋਈ ਮਸਲਾ ਨਹੀਂ, ਜਿਸ ਤਰ੍ਹਾਂ ਤੇਰਾ ਦਿਲ ਕਰਦਾ ਤੂੰ ਉਹ ਨਹੀਂ ਕਰ ਲੈ। ਕਹਿੰਦਾ ਇਸ ਲਈ ਮੈਂ ਘਰਦਿਆਂ ਨੂੰ ਆਖਿਆ, ਘਰ ਦੇ ਕਹਿੰਦੇ ਨੇ ਇਹ ਤੇ ਬੜਾ ਮਹਿੰਗਾ ਲਹਿੰਗਾ ਹੈ, ਤਕਰੀਬਨ 3 ਲੱਖ ਰੁਪਏ ਦਾ। ਕਹਿੰਦਾ ਮੈਂ ਕਿਹਾ ਤੁਸੀਂ ਛੱਡੋ, ਮੇਰਾ ਵਿਆਹ ਹੋ ਰਿਹਾ, ਤੁਸੀਂ ਜੋ ਆਖਦੀ ਹੈ ਤੁਸੀਂ ਉਹ ਹੀ ਕਰੋ। ਕਹਿੰਦਾ ਮੈਂ ਅਮਾਰਾ ਨੂੰ ਰਾਜ਼ੀ ਕਰ ਲਿਆ, ਉਹ ਫਲਾਣੇ ਬਿਊਟੀ ਪਾਰਲਰ ਜਿੱਥੇ ਉਹ ਚਾਹੁੰਦੀ ਸੀ ਕਹਿੰਦਾ ਉੱਥੇ ਹੀ ਉਹ ਲੈ ਕੇ ਗਏ। ਸੂਟ ਵੀ ਜਿਹੜਾ ਉਹਨੇ ਲਹਿੰਗਾ ਆਖਿਆ ਉਹ ਹੀ ਲੈ ਕੇ ਦਿੱਤਾ, ਵਲੀਮੇ ਦਾ ਜਿਹੜਾ ਉਹ ਵੱਖਰਾ ਲੈ ਕੇ ਦਿੱਤਾ। ਕਹਿੰਦਾ ਬੜੀ ਮਹਿੰਗੀ ਉਹਨੇ ਜੁੱਤੀ ਲਈ, ਮੈਨੂੰ ਘਰ ਦੇ ਕਹਿੰਦੇ ਇਹਨੇ ਤੇ ਢੇਰ ਖਰਚਾ ਕਰਾ ਦਿੱਤਾ ਹੈ। ਕਹਿੰਦਾ ਮੈਂ ਕਿਹਾ ਅੰਬਾ ਜੀ ਚਲੋ ਛੱਡੋ, ਕਿਹੜਾ ਰੋਜ਼ ਮੇਰਾ ਵਿਆਹ ਹੋਣਾ। ਕਹਿੰਦਾ ਮੈਂ ਜਿਸਲੇ ਪਾਕਿਸਤਾਨ ਆਇਆ 1-2 ਵਾਰੀ ਮੈਂ ਉਹਨਾਂ ਦੇ ਘਰ ਗਿਆ, ਲੇਕਿਨ ਖਾਸ ਮੇਰੀ ਉਹਦੀ ਗੱਲਬਾਤ ਨਹੀਂ ਹੋਈ। ਕਹਿੰਦਾ ਫੋਨ ਤੇ ਅਸੀਂ ਆਪੇ ਚ ਗੱਲਾਂ ਕਰਦੇ ਰਹੇ ਹਾਂ। ਕਹਿੰਦਾ ਫੋਟੋਗ੍ਰਾਫਰ ਨੂੰ ਆਖਿਆ ਸੀ, ਬਰਾਤ ਬੜੇ ਧੂਮ-ਧਾਮ ਨਾਲ ਉਹਨਾਂ ਦੇ ਘਰ ਗਈ ਹੈ। ਕਹਿੰਦਾ ਬੜੇ ਜੋਸ਼ੋ ਖਰੋਸ਼ ਨਾਲ ਉੱਥੋਂ ਅਸੀਂ ਸ਼ਾਦੀ ਕਰਕੇ ਲੈਂਦਾ। ਕਹਿੰਦਾ ਬੜੀ ਮਾਡਰਨ ਸੀ, ਮੇਰੇ ਹੱਥ ਰਾਜ ਪਕੜਦੀ ਰਹੀ ਹੈ। ਕਹਿੰਦਾ ਮੈਂ ਚੱਕਦਾ ਸਾਂ, ਉਹ ਨਹੀਂ ਸੀ ਚੱਕਦੀ। ਕਹਿੰਦਾ ਮੇਰੇ ਨਾਲ ਹੱਥ ਟਕਰਾਉਂਦੀ ਸੀ ਲੇਕਿਨ ਮੈਂ ਨਹੀਂ ਟਕਰਾਉਂਦਾ। ਕਹਿੰਦਾ ਜਿਸਲੇ ਘਰ ਆਇਆ, ਘਰ ਆ ਕੇ ਵੀ ਸਾਰਿਆਂ ਨਾਲ ਇਸ ਤਰ੍ਹਾਂ ਫਰੀ ਹੋ ਗਈ, ਪਤਾ ਲੱਗਦਾ ਸੀ ਕਿ ਪਹਿਲੇ ਹੀ ਇੱਥੇ ਹੀ ਰਹਿੰਦੀ ਹੈ। ਕਹਿੰਦਾ ਫੋਟੋਗ੍ਰਾਫਰ ਆਇਆ, ਕਦੇ ਮੈਨੂੰ ਕਹਿੰਦੀ ਸੀ ਮੈਨੂੰ ਚੁੱਕ, ਕਦੇ ਮੈਨੂੰ ਇੰਝ ਕਰ। ਕਹਿੰਦਾ ਸਾਰੇ ਘਰ ਦੇ ਤੱਕਦੇ ਸੀ ਪਏ, ਸਾਡੇ ਘਰ ਤੇ ਕਦੇ ਆਇਂਦਾ ਕੋਈ ਕੰਮ ਹੀ ਨਹੀਂ ਸੀ ਹੋਇਆ। ਕਹਿੰਦਾ ਬਹਰਹਾਲ ਮੈਂ ਜੋ ਆਖਦੀ ਰਹੀ ਹੈ ਉਹ ਹੀ ਕਰਦਾ ਰਿਹਾ। ਕਹਿੰਦਾ ਬਹਰਹਾਲ ਫਿਰ ਮੈਂ ਉਹਨੂੰ ਜਿਸਲੇ ਕਮਰੇ 'ਚ ਖੜਿਆ, ਕਹਿੰਦਾ ਕਮਰੇ 'ਚ ਉਹਨੇ ਆਪੂ ਹੀ ਆਪਣਾ ਡੋਟਾ ਛਟਾ ਲਾ ਕੇ ਰਾਮ ਸਕੂਨਾ ਬਹਿ ਗਈ। ਮੈਂ ਦੀ ਆਇਆ, ਮੈਂ ਖਾਣਾ ਪੀਣਾ ਤੁਸੀਂ ਲੈ ਕੇ, ਮੈਨੂੰ ਬੜੀ ਭੁੱਖ ਲੱਗੀ ਹੈ। ਕਹਿੰਦਾ ਮੈਂ ਲੈ ਕੇ ਆਇਆ। ਕਹਿੰਦਾ ਇੰਜ ਪਤਾ ਹੀ ਨਹੀਂ ਸੀ ਲੱਗਦਾ ਕਿ ਮੇਰੀ ਇਹਦੀ ਪਹਿਲਾਂ ਗੱਲਬਾਤ ਇਤਨੀ ਹੋਈ ਨਹੀਂ। ਕਹਿੰਦਾ ਇਤਨੇ ਅਰਸੇ ਬਾਅਦ ਅਸੀਂ ਮਿਲ ਰਹੇ ਸਾਂ। ਕਹਿੰਦਾ ਬਹਰਹਾਲ ਕਹਿੰਦਾ ਉਤਨਾ ਗੱਪਸ਼ਪ ਹੁੰਦੀ ਰਹੀ। ਕਹਿੰਦਾ ਕਰਦਿਆਂ ਕਰਾਇਆ ਵਲੀਮਾ ਸੁਭਾਇਆ, ਇੰਝ ਲੱਗਦਾ ਸੀ ਕਿਤੇ ਇੱਧਰ ਦੌੜਦੀ ਜਾਏ ਕਿਤੇ ਇੱਧਰ ਦੌੜਦੀ ਜਾਏ। ਕਹਿੰਦਾ ਸਾਰੇ ਬੜੇ ਹੈਰਾਨ ਸੀ, ਇਹ ਤਾਂ ਪਤਾ ਹੀ ਨਹੀਂ ਲੱਗਦਾ ਕੋਈ ਓਪਰੀ ਹੈ। ਕਹਿੰਦਾ ਬਹਰਹਾਲ ਵਿਆਹ ਮੇਰਾ ਬੜੇ ਸਕੂਨ ਨਾਲ ਹੋ ਗਿਆ। ਉਸ ਤੋਂ ਬਾਅਦ ਮੈਂ ਫਲਾਣਾ ਫਿਰਨ ਟੁਰਨ ਜਾਣਾ, ਇੱਧਰ ਜਾਣਾ, ਆਪਣੇ ਘਰ ਗਈ। ਕਹਿੰਦਾ ਜੋ ਮੇਰੇ ਕੋਲ ਪੈਸੇ ਜਿਹੜਾ ਚੰਗੇ ਟਿਕਾ ਕੇ ਲਵਾਉਂਦੀ ਰਹੀ। ਕਹਿੰਦਾ ਮੇਕਅਪ ਵੀ ਚੰਗਾ ਸੋਹਣਾ ਆਪਣਾ ਕਰਕੇ ਰੱਖਦੀ, ਸੂਟ ਵੀ ਵਧੀਆ ਤੋਂ ਵਧੀਆ ਪਾ ਕੇ ਰੱਖਦੀ ਸੀ। ਕਹਿੰਦਾ ਉਂਝ ਸੋਹਣੀ ਵੀ ਹੈ ਸੀ। ਕਹਿੰਦਾ 15 ਦਿਨ ਮੇਰੇ ਗੁਜ਼ਰ ਗਏ ਐਸੇ ਤਰ੍ਹਾਂ ਜਿਹੜਾ ਸ਼ਾਦੀ ਨੂੰ। ਕਹਿੰਦਾ 15 ਦਿਨ ਬਾਅਦ ਮੈਨੂੰ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਬਾਜ਼ਾਰ ਜਾਣਾ। ਕਹਿੰਦਾ ਮੈਂ ਕਿਹਾ ਚੱਲ ਬਾਜ਼ਾਰ ਲੱਗੇ ਚੱਲਨੇ ਆ। ਕਹਿੰਦਾ ਅੰਮਾ ਜੀ ਕਹਿੰਦੇ ਕਿੱਧਰ ਚੱਲੇ? ਇਹਨੇ ਬਾਜ਼ਾਰ ਜਾਣਾ। ਕਹਿੰਦਾ ਅੰਮਾ ਪੁੱਛਿਆ ਵੀ ਕੁੜੀਏ ਕਿ ਲੈਣੀ ਬਾਜ਼ਾਰੋਂ, ਮੇਰੇ ਨਾਲ ਲੱਗੀ ਚੱਲ। ਨਹੀਂ ਮੈਂ ਇਹਨਾਂ ਨਾਲ ਹੀ ਜਾਣਾ ਹੈ। ਕਹਿੰਦਾ ਮੈਂ ਕਿਹਾ ਚਲਾ ਤੈਨੂੰ ਮੈਂ ਲੈ ਜਾਣਾ। ਕਹਿੰਦਾ ਮੈਂ ਮੋਟਰਸਾਈਕਲ ਕੱਢਿਆ। ਕਹਿੰਦਾ ਜਿਵੇਂ ਬਾਜ਼ਾਰ ਵੱਲ ਮੂੰਹ ਕੀਤਾ, ਕਹਿੰਦਾ ਹਸਪਤਾਲ ਕੋਲ ਜਾ ਕੇ ਨਾ ਮੈਨੂੰ ਕਹਿੰਦੀ ਇੱਥੇ 1 ਮਿੰਟ ਬ੍ਰੇਕ ਲਾਓ। ਕਹਿੰਦਾ ਮੈਂ ਕਿਹਾ ਇੱਥੇ ਕੀ ਕੰਮ ਹੈ, ਤੁਸੀਂ ਬ੍ਰੇਕ ਤੇ ਲਾਓ। ਕਹਿੰਦਾ ਮੈਂ ਉੱਥੇ ਬ੍ਰੇਕ ਲਾ ਲਈ, ਅੰਦਰ ਆਓ। ਕਹਿੰਦੇ ਇੱਥੇ ਕੀ ਕੰਮ ਹੀ ਹਸਪਤਾਲ, ਕੋਈ ਤਬੀਅਤ ਖਰਾਬ ਹੀ ਹੈ, ਕਿਉਂ ਇੱਥੇ ਹਸਪਤਾਲ ਜਾਣ, ਤੂੰ ਆਓ ਤੇ ਸਹੀ ਅੰਦਰ। ਕਹਿੰਦਾ ਮੈਨੂੰ ਅੰਦਰ ਲੈ ਗਈ, ਜਾ ਕੇ ਮੈਨੂੰ ਕਹਿੰਦੀ ਇੱਥੋਂ ਪਰਚੀ ਕਟਾਓ। ਕਹਿੰਦਾ ਜਿਸੇ ਪਰਚੀ ਕਟਾਇਆ, ਮੈਂ ਕਿਹਦੇ ਨਾਂ ਦੀ? ਕਹਿੰਦਾ ਆਪਣੇ ਨਾਂ ਦੀ। ਕਹਿੰਦਾ ਮੈਂ ਮੇਰੇ ਨਾਂ ਦੀ ਕਿਉਂ, ਮੈਂ ਤਾਂ ਠੀਕ ਠਾਕ ਹਾਂ ਅਲਹਮਦੁਲਿਲਾ। ਨਹੀਂ ਤੁਸੀਂ ਪਰਚੀ ਕਟਾਓ। ਕਹਿੰਦਾ ਪਰਚੀ ਕਟਵਾ ਲਈ। ਕਹਿੰਦਾ ਉੱਥੇ ਬਹਿ ਰਹੇ, ਜਿਸਲੇ ਸਾਡੀ ਵਾਰੀ ਆਈ ਕਹਿੰਦਾ ਅੰਦਰ ਡਾਕਟਰ ਬੈਠਿਆ ਸੀ। ਕਹਿੰਦਾ ਉਹਨੇ ਐਨਕ ਲਾਈ, ਅੱਧੀ ਲਾਈ ਸੀ ਅੱਧੀ ਪਾਈ ਸੀ। ਕਹਿੰਦਾ ਤਾਂ ਕਿ ਹਾਂਜੀ ਕੀ ਮਸਲਾ ਹੈ। ਕਹਿੰਦਾ ਇਸ ਤਰ੍ਹਾਂ ਦੱਸਿਆ ਉਹਨੇ ਕਿ ਇਸ ਤਰ੍ਹਾਂ ਜਿਹੜਾ ਸਾਡੀ ਸ਼ਾਦੀ ਹੋਈ ਹੈ ਤੇ ਅਸੀਂ ਜਿਹੜਾ ਦਵਾਈ ਲੈਣਾ ਚਾਹੁੰਦੇ ਹਾਂ। ਕਹਿੰਦਾ ਜਿਸਲੇ ਮੈਂ ਸੁਣਿਆ ਮੇਰੇ ਤਾਂ ਕਹਿੰਦਾ ਰੰਗ ਹੀ ਉੱਡ ਗਿਆ ਕਿ ਇਹ ਕੀ ਗੱਲਾਂ ਵੀ ਕਰਦੀ ਆ, ਮੇਰੇ ਨਾਲ ਪਹਿਲਾਂ ਗੱਲ ਵੀ ਨਹੀਂ ਕੀਤੀ, ਇਹ ਡਾਇਰੈਕਟ ਮੈਨੂੰ ਇੱਥੇ ਲੈ ਆਈ ਹੈ। ਕਹਿੰਦਾ ਪਰ ਮੈਂ ਚੁੱਪ ਕਰ ਗਿਆ, ਮੈਂ ਕੋਈ ਗੱਲ ਨਾ ਕੀਤੀ। ਕਹਿੰਦਾ ਕੋਈ ਡਾਕਟਰ ਨੇ ਸਾਰੀ ਗੱਲ ਸੁਣ ਕੇ ਨਾ ਉਹਨੇ ਆਖਿਆ ਕਿਹੜੇ ਮੁਲਕ ਹੁੰਦੇ ਹੋ? ਕਹਿੰਦਾ ਮੈਂ ਦੱਸਿਆ ਫਲਾਣੇ ਮੁਲਕ ਹੋਣਾ। ਕਹਿੰਦਾ ਜੀ ਤੁਸੀਂ ਇੰਝ ਕਰੋ ਪਹਿਲਾਂ ਜਿਹੜਾ ਟੈਸਟ ਕਰਾਓ। ਕਹਿੰਦਾ ਮੈਂ ਸੋਚਿਆ ਪਤਾ ਨਹੀਂ ਕਿਹੜਾ ਟੈਸਟ ਹੈ। ਕਹਿੰਦਾ ਮੈਂ ਕਿਹਾ ਕਿਹੜਾ ਟੈਸਟ ਕਰਾਉਣਾ, ਕੋਈ ਖੂਨ ਸ਼ੂਨ ਦਾ ਹੋਣਾ, ਕੋਈ ਪਿਸ਼ਾਬ ਦਾ ਟੈਸਟ ਹੋਣਾ। ਕਹਿੰਦਾ ਫਿਰ ਬਾਅਦ ਡਾਕਟਰ ਕਹਿੰਦਾ ਮੈਂ ਤੁਹਾਨੂੰ ਦਵਾਈ ਦਿਆਂਗਾ। ਕਹਿੰਦਾ ਜਿਸਲੇ ਉੱਥੋਂ ਨਿਕਲਿਆ ਕਹਿੰਦਾ ਮੈਂ ਹੋ ਸਕਦਾ ਕਿੱਥੋਂ ਟੈਸਟ ਕਰਾਉਣਾ, ਲੇਕਿਨ ਕਹਿੰਦਾ ਮੈਨੂੰ ਇੰਨਾ ਗੁੱਸਾ ਨਹੀਂ ਸੀ ਆਇਆ। ਕਹਿੰਦਾ ਬਾਹਰ ਜਾ ਕੇ ਇੱਕ ਡੱਬੀ ਛੋਟੀ ਜਿਹੀ ਲਈ ਸੀ। ਕਹਿੰਦਾ ਡੱਬੀ ਲੈ ਕੇ ਨਾ ਤੇ ਕਹਿੰਦੇ ਚਲੋ ਘਰ ਚਲੀਏ। ਕਹਿੰਦਾ ਮੈਂ ਕਿਹਾ ਤੇ ਟੈਸਟ ਨਹੀਂ ਕਰਾਉਣਾ, ਇਹ ਤੁਸੀਂ ਘਰ ਤੇ ਚੱਲੋ ਨਾ। ਕਹਿੰਦਾ ਜਿਸ ਵੇਲੇ ਘਰ ਆਏ ਆ ਤੇ ਘਰ ਆ ਕੇ ਉਹਨੇ ਮੈਨੂੰ ਦੱਸਿਆ ਕਿ ਇਹ ਵਾਲਾ ਟੈਸਟ ਹੈ। ਕਹਿੰਦਾ ਮੈਨੂੰ ਤੇ ਇਤਨਾ ਗੁੱਸਾ ਲੱਗਾ, ਕਹਿੰਦਾ ਮੇਰਾ ਦਿਲ ਕਰੇ ਸੱਟਾਂ ਇਹਦੇ ਮੂੰਹ ਤੇ ਚੰਡ ਟਿਕਾ ਕੇ ਕਿ ਕਿਹੜੀਆਂ ਗੱਲਾਂ ਪੀ ਕਰਦੀ ਹੈ, ਇਤਨੀ ਮਾਡਰਨ ਹੋ ਗਈ ਹੈ, ਇਹ 15 ਦਿਨ ਤੇ ਸਾਡੀ ਸ਼ਾਦੀ ਨੂੰ ਹੋਈ ਹੈ। ਕਹਿੰਦਾ ਮੈਂ ਬੜਾ ਉਹਦੇ ਨਾਲ ਗੁੱਸਾ ਕੀਤਾ। ਮੈਂ ਕਿਹਾ ਇਹ 15 ਦਿਨ ਹੋਏ ਨੇ, 15 ਦਿਨ ਤੂੰ ਇਤਨਾ ਕੋਈ ਕਰ ਦਿੱਤਾ ਹੈ, ਇਹ ਕੋਈ ਕੰਮ ਚੰਗਾ ਨਹੀਂ ਹੈ। ਕਹਿੰਦੀ ਨਹੀਂ ਤੁਸੀਂ ਇਹ ਟੈਸਟ ਲਾਜ਼ਮੀ ਕਰਾਉਣਾ ਹੈ। ਮੇਰੀ ਸਹੇਲੀ ਜਿਹੜੀ ਹੈ ਉਹਨੇ ਮੈਨੂੰ ਦੱਸਿਆ ਆ, ਉਹਨਾਂ ਨੇ ਦਵਾਈ ਲਈ ਸੀ ਇਸ ਡਾਕਟਰ ਕੋਲੋਂ ਤੇ ਉਹਨਾਂ ਦੀ ਔਲਾਦ ਬੜੀ ਜਲਦੀ ਹੋ ਗਈ ਸੀ, ਇਸ ਵਾਸਤੇ ਮੈਂ ਵੀ ਚਾਹੁੰਦੀ ਹਾਂ ਕਿ ਤੁਸੀਂ ਟੈਸਟ ਕਰਾਓ ਤੇ ਡਾਕਟਰ ਕੋਲ ਦਵਾਈ ਲਓ। ਕਹਿੰਦਾ ਮੈਂ ਕਿਹਾ ਮੈਂ ਦਵਾਈ ਸ਼ਾਈ ਕੋ ਨਹੀਂ ਲੈਣੀ। ਕਹਿੰਦਾ ਬਹਰਹਾਲ ਉਹ ਆਪਣੇ ਸਾਡਾ ਜਿਹੜਾ ਕਮਰਾ ਸੀ ਉਹਦੇ ਟੁਰ ਗਈ। ਕਹਿੰਦਾ ਮੈਂ ਰਾਤੀ ਕੋ ਨਾ ਗਿਆ ਕਮਰੇ 'ਚ। ਕਹਿੰਦਾ 2-3 ਵਾਰੀ ਮੈਨੂੰ ਬੁਲਾਉਣ ਆਈ ਲੇਕਿਨ ਮੈਂ ਕੋ ਨਾ ਗਿਆ। ਕਹਿੰਦਾ ਅੱਗੋਂ ਅੰਮਾ ਜੀ ਮੈਨੂੰ ਪੁੱਛਦੇ ਨੇ ਪੁੱਤਰ ਕੀ ਗੱਲ ਹੈ, ਕਿਉਂ ਨੂੰ ਅੰਦਰ ਜਾਂਦਾ ਪਿਆ? ਕਹਿੰਦਾ ਮੈਂ ਕਿਹਾ ਅੰਮਾ ਬਸ ਛੱਡੋ ਪਰਾਂ, ਮੈਂ ਨਹੀਂ ਇਹਦੇ ਕੋਲ ਅੰਦਰ ਜਾਣਾ। ਕਹਿੰਦਾ ਹੇਰ ਪੁੱਤਰ ਦੱਸ ਤੇ ਸਹੀ ਹੋਇਆ ਕੀ ਹੈ? ਕਹਿੰਦਾ ਅੰਮਾ ਜੀ ਇਸ ਤਰ੍ਹਾਂ ਮੈਨੂੰ ਇਹਨੇ ਗੱਲ ਕੀਤੀ ਹੈ, ਮੈਨੂੰ ਇਹ ਗੱਲ ਕੀਤੀ ਜਿਹਦੀ ਵਜ੍ਹਾ ਨਾਲ ਮੈਨੂੰ ਗੁੱਸਾ ਲੱਗਿਆ ਤੇ ਮੈਂ ਹੁਣ ਨਹੀਂ ਜਾਂਦਾ। ਕਹਿੰਦਾ ਅੰਮਾ ਵੀ ਗੁੱਸਾ ਕਰ ਗਏ। ਉਹਨੇ ਆਖਿਆ ਪੁੱਤਰ ਇਹਨੇ ਕੀਤਾ ਹੀ ਗਲਤ ਹੈ, ਤੇਰੇ ਨਾਲ ਪਹਿਲਾਂ ਮਸ਼ਵਰਾ ਕਰਦੀ, ਨਾਲੇ ਐਟਨੀ ਇਹ ਮਾਡਰਨ ਹੋ ਗਈ ਹੈ, ਨਾ ਮੇਰੇ ਨਾਲ
ਨਾਲ ਗੱਲ ਕੀਤੀ ਨਾ ਕਿਸੇ ਹੋਰ ਨਾਲ ਗੱਲ ਕੀਤੀ, ਡਾਇਰੈਕਟ ਜਿਹੜਾ ਤੈਨੂੰ ਹਸਪਤਾਲ ਲੈ ਕੇ ਟੁਰ ਗਈ ਹੈ, ਇਤਨੀ ਇਹ ਪੜ੍ਹੀ ਲਿਖੀ ਹੋ ਗਈ। ਕਹਿੰਦਾ ਪੁੱਤਰ ਇੰਝ ਕਰ ਸੁਬਹ ਨੂੰ ਇਹਦੇ ਮਾਪਿਓ ਦੇ ਘਰ ਛੱਡ ਕੇ ਆ। ਕਹਿੰਦਾ ਮੈਨੂੰ ਬੜਾ ਗੁੱਸਾ ਸੀ। ਕਹਿੰਦਾ ਸੁਬਹ ਹੋਈ ਤਾਂ ਮੈਂ ਉਹਨੂੰ ਆਖਿਆ ਚਲਾ ਤੇਰੇ ਘਰ ਚਲੀਏ। ਕਹਿੰਦੇ ਕਿਉਂ? ਕਹਿੰਦੇ ਚਲ ਬਹਿ। ਕਹਿੰਦਾ ਮੈਂ ਉਹਨੂੰ ਲੈ ਗਿਆ, ਰਾਹ 'ਚ ਰੋਂਦੀ ਰਹੀ। ਕਹਿੰਦਾ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਛੱਡਣ ਚਲਾ। ਕਹਿੰਦਾ ਰੋਂਦੀ ਰਹੀ ਰਾਹ 'ਚ। ਕਹਿੰਦਾ ਜਿਉਂ ਉਹਦੇ ਮਾਪਿਆਂ ਦੇ ਘਰ ਛੱਡ ਕੇ ਨਾ, ਕਹਿੰਦਾ ਮੈਂ ਬੈਠਾ ਵੀ ਨਾ, ਮੈਂ ਪਾਣੀ ਵੀ ਨਾ ਪੀਤਾ। ਕਹਿੰਦਾ ਮੈਂ ਉੱਠ ਕੇ ਆ ਗਿਆ। ਕਹਿੰਦਾ ਅੱਗੋਂ ਪਿੱਛੋਂ ਮਿਸ ਕਾਲਾਂ ਤੇ ਮਿਸ ਕਾਲਾਂ, ਮੈਸੇਜ ਤੇ ਮੈਸੇਜ ਕਰੇ। ਕਹਿੰਦਾ ਮੈਂ ਕਿਸੇ ਮੈਸੇਜ ਦਾ, ਕਿਸੇ ਮਿਸ ਕਾਲ ਦਾ ਕੋਈ ਜਵਾਬ ਨਾ ਦਿੱਤਾ। ਕਹਿੰਦਾ ਪਿੱਛੋਂ ਉਹਦਾ ਅੱਬਾ ਰੀ ਆ ਗਏ, ਉਹਦੀ ਅੰਮਾ ਰੀ ਆ ਗਏ ਸਾਡੇ ਘਰ, ਆ ਕੇ ਗੱਲ ਕਰਨ ਲੱਗ ਪਏ। ਚਲੋ ਸਾਡੀ ਕੁੜੀ ਕੋਲੋਂ ਗਲਤੀ ਹੋ ਗਈ ਹੈ, ਚਲੋ ਮਾफ़ੀ ਦੇ ਦਿਓ, ਉਸ ਪੜ੍ਹੀ ਲਿਖੀ ਕੁੜੀ ਹੈ। ਸਹੇਲੀਆਂ ਵੀ ਉਹਦੀਆਂ ਇਸ ਤਰ੍ਹਾਂ ਦੀਆਂ ਨੇ, ਸਾਰੀਆਂ ਗੱਲਾਂ ਉਹਨੂੰ ਦੱਸਦੀਆਂ ਨੇ, ਤੇ ਤੁਸੀਂ ਇੰਝ ਕਰੋ ਉਹਨੂੰ ਮਾफ़ ਕਰ ਦਿਓ। ਕਹਿੰਦਾ ਬਹਰਹਾਲ ਉਹਨਾਂ ਮਾफ़ੀ ਦੇ ਦਿੱਤੀ। ਕਹਿੰਦਾ ਜਿਸ ਵੇਲੇ ਘਰ ਆਈ ਪਹਿਲਾਂ ਤਾਂ 2 ਦਿਹਾੜੇ ਮੇਰੇ ਨਾਲ ਮੂੰਹ ਬਣਾਈ ਰੱਖੀ ਉਸ। ਕਹਿੰਦਾ ਬਾਅਦ 'ਚ ਆਪਣੇ ਆਪ ਜਿਹੜਾ ਠੀਕ ਹੋ ਗਈ। ਕਹਿੰਦਾ ਮੇਰੀ 5 ਮਹੀਨੇ ਛੁੱਟੀ ਸੀ। ਕਹਿੰਦਾ 2 ਮਹੀਨੇ ਐਸੇ ਤਰ੍ਹਾਂ ਗੁਜ਼ਰ ਗਏ ਸਾਡੇ, ਲੇਕਿਨ ਕੋਨਾ ਸਾਡੇ ਘਰ ਕੋਈ ਆਸ ਉਮੀਦ ਕੋਨਾ ਲੱਗੀ। ਕਹਿੰਦਾ ਉਹਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਕਿਸੇ ਕਿਸਮ ਦੀ। ਕਹਿੰਦਾ ਜਿਹੜੀ ਉਹ ਜ਼ਿਆਦਾ ਐਕਟਿਵ ਸੀ ਨਾ, ਜਿਹੜੀ ਹੁਸ਼ਿਆਰ ਚਲਾਕ ਬਣਦੀ ਸੀ, ਐਂ ਲੱਗਦਾ ਕਿ ਬੜੀ ਮੇਰੇ ਨਾਲ ਫਰੈਂਡਲੀ ਹੈ। ਕਹਿੰਦਾ ਉਹ ਸਭ ਕੁਝ ਛੱਡ ਗਈ ਸੀ, ਪੋਲੀ ਪੋਲੀ ਗੱਲ ਕਰਦੀ ਸੀ। ਜਿਹੜੀ ਮੈਂ ਗੱਲ ਆਂਦਾ ਉਹਦਾ ਜਵਾਬ ਦੇ। ਕਹਿੰਦਾ ਮੈਂ ਕਿਤਨੀ ਵਾਰੀ ਆਖਿਆ ਤੂੰ ਹੁਣ ਉਸ ਤਰ੍ਹਾਂ ਨਹੀਂ ਰਹੀ ਜਿਸ ਤਰ੍ਹਾਂ ਅੱਗੇ ਹੱਸਦੀ ਸੀ, ਹੁਣ ਜਿਹੜਾ ਥੋੜੀ ਚੇਂਜ। ਉਹਨੇ ਆਖਿਆ ਨਹੀਂ ਮੈਂ ਹੁਣ ਤੁਹਾਡੇ ਨਾਲ ਜਿਹੜਾ ਨਾ ਜ਼ਿਆਦਾ ਨਹੀਂ ਫਰੀ ਹੋਣਾ, ਕਿਉਂ ਇਹ ਮਸਲਾ ਬਣਦਾ ਹੈ। ਕਹਿੰਦਾ ਬਹਰਹਾਲ ਉਹ ਜਿਹੜਾ ਤਕਰੀਬਨ 2 ਮਹੀਨੇ ਗੁਜ਼ਰੇ। 2 ਮਹੀਨੇ ਬਾਅਦ ਕਹਿੰਦਾ ਮੇਰੇ ਆਪਣੇ ਦਿਮਾਗ 'ਚ ਆਉਣਾ ਸ਼ੁਰੂ ਹੋ ਗਿਆ। ਨਾਲੇ ਮੇਰੇ ਜਿਹੜੇ ਯਾਰ ਦੋਸਤ ਨੇ ਉਹਨਾਂ ਮੈਨੂੰ ਦੱਸਿਆ ਕਿ ਅਸਾਂ ਵੀ ਜਿਹੜਾ ਇਸ ਤਰ੍ਹਾਂ ਦਵਾਈ ਲਈ ਸੀ ਤੇ ਸਾਡੇ ਘਰ ਜਿਹੜਾ ਇਸ ਤਰ੍ਹਾਂ ਔਲਾਦ ਹੋਈ ਸੀ। ਕਹਿੰਦਾ ਮੇਰੇ ਜ਼ਿਹਨ 'ਚ ਗੱਲ ਆਈ। ਕਹਿੰਦਾ ਮੈਂ ਜਾ ਕੇ ਉਹਦੇ ਨਾਲ ਗੱਲ ਕੀਤੀ, ਮੈਂ ਉਹਨੂੰ ਆਖਿਆ ਮੈਨੂੰ ਮਾफ़ੀ ਦੇ ਦੇ, ਮੈਂ ਜਿਹੜਾ ਨਾ ਤੇਰੇ ਨਾਲ ਵਾਕਈ ਗਲਤ ਕੀਤਾ, ਅਸੀਂ ਦੋਵੇਂ ਮੀਆਂ ਬੀਵੀ ਹਾਂ, ਤੂੰ ਮੇਰੇ ਭਲੇ ਵਾਸਤੇ ਕੀਤਾ ਤੇ ਆਪਣੇ ਭਲੇ ਵਾਸਤੇ ਕੀਤਾ। ਚੱਲ ਜਿਹੜਾ ਤੂੰ ਆਨੀ ਹੈ ਮੈਂ ਟੈਸਟ ਕਰਾ ਲੈਂ। ਕਹਿੰਦਾ ਬਾਰਾ ਮੈਂ ਟੈਸਟ ਜਿਹੜਾ ਉਹ ਉੱਥੇ ਕਰਾਇਆ ਤੇ ਡਾਕਟਰ ਨੇ ਉਹਨੂੰ ਇੰਝ ਕੱਢ ਕੇ ਤਾਂ ਪਰਚਾ ਜਿਸ ਤਰ੍ਹਾਂ ਮੈਟ੍ਰਿਕ ਦੀ ਸੰਤ ਨਹੀਂ ਹੁੰਦੀ। ਕਹਿੰਦਾ ਉਸਨੇ ਮੈਨੂੰ ਦੱਸਿਆ ਕਿ ਆ ਫਲਾਣਾ ਤੇਰਾ ਥੋੜ੍ਹਾ ਜਰਾਸੀਮ ਨੇ, ਕਮਜ਼ੋਰ ਨੇ। ਕਹਿੰਦਾ ਬਹਰਹਾਲ ਉਹਨੇ ਮੈਨੂੰ ਦਵਾਈ ਲਿਖ ਕੇ ਦਿੱਤੀ। ਉਹਨੇ ਆਖਿਆ ਜੀ ਤੁਸੀਂ ਰਾਤ ਦੇ ਟਾਈਮ ਦਵਾਈ ਖਾਣੀ ਹੈ ਤੇ ਤੁਸੀਂ 1 ਮਹੀਨਾ ਖਾਓ ਤੇ ਇਨਸ਼ਾਅੱਲਾ ਤੁਹਾਨੂੰ ਜਿਹੜਾ ਬਿਹਤਰੀ ਹੋ ਜਾਏਗੀ। ਕਹਿੰਦਾ ਜਿਹੜੇ ਬਾਹਰ ਹੁੰਦੇ ਨੇ ਯੂਰਪ, ਇਹਨਾਂ ਨੂੰ ਵਾਕਈ ਇਸ ਤਰ੍ਹਾਂ ਦੀ ਕਮਜ਼ੋਰੀ ਹੁੰਦੀ ਹੈ, ਡਾਕਟਰ ਕਹਿੰਦਾ ਤੇ ਤੁਹਾਨੂੰ ਦਵਾਈ ਜਿਹੜੀ ਹੈ ਜ਼ਰੂਰੀ ਹੈ ਪਾਕਿਸਤਾਨ ਆ ਕੇ ਲੈਣੀ। ਕਹਿੰਦਾ ਮੈਂ ਦਵਾਈ ਲਈ, ਜਾ ਕੇ ਦੁੱਧ ਨਾਲ ਰੋਜ਼ ਸ਼ਾਮੀ ਦਵਾਈ ਖਾਣੀ। ਕਹਿੰਦਾ ਵਾਕਈ 1 ਮਹੀਨੇ ਬਾਅਦ ਜਿਹੜਾ ਸਾਡੇ ਘਰ ਜਿਹੜਾ ਔਲਾਦ ਹੋ ਗਈ। ਕਹਿੰਦਾ ਮੇਰੀ 5 ਮਹੀਨੇ ਛੁੱਟੀ ਸੀ, ਤੀਸਰੇ ਚੌਥੇ ਮਹੀਨੇ ਜਿਹੜਾ ਸਾਡੇ ਜਿਹੜਾ ਆਸ ਉਮੀਦ ਲੱਗ ਗਈ। ਕਹਿੰਦਾ ਮੈਂ ਬੜਾ ਖੁਸ਼। ਕਹਿੰਦੇ ਮੈਨੂੰ ਆਂਦੀ ਦੇਖਿਆ ਜੇ ਕਈ ਵਾਰੀ ਤੁਸੀਂ ਸਾਡੀ ਗੱਲ ਨਹੀਂ ਮੰਨਦੇ, ਮੈਂ ਤੁਹਾਨੂੰ ਆਖਿਆ ਵੀ ਆ ਪਹਿਲੇ ਤੁਸੀਂ ਕਰ ਲੈਂਦੇ ਤਾਂ ਠੀਕ ਹੈ। ਕਹਿੰਦਾ ਮੈਂ ਕਿਹਾ ਚੱਲ ਸਹੀ ਆ, ਹੁਣ ਤੇਰੀ ਮੰਨ ਲਈ, ਹੁਣ ਜੋ ਤੂੰ ਆਖੇਂਗੀ ਮੈਂ ਉਹੀ ਕਰਾਂ। ਮੈਨੂੰ ਪਤਾ ਤੂੰ ਆਪਣੇ ਤੇ ਮੇਰੇ ਫਾਇਦੇ ਵਾਸਤੇ ਕੀਤਾ, ਅੱਜ ਤੋਂ ਬਾਅਦ ਮੈਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਨ ਲਿਆ। ਇਸ ਵਾਸਤੇ ਇਹ ਨਹੀਂ ਹੈ ਕਿ ਬੀਵੀ ਗਲਤ ਹੋਵੇ, ਬੀਵੀ ਹੋ ਸਕਦਾ ਤੁਹਾਡੀ ਬਿਹਤਰੀ ਵਾਸਤੇ ਲੱਗੀ ਹੋਵੇ, ਤੇ ਤੁਸੀਂ ਵੀ ਜਿਹੜਾ ਕੋਸ਼ਿਸ਼ ਕਰਿਆ ਕਰੋ ਆਪਣੀ ਬੀਵੀ ਦੀ ਗੱਲ ਸੁਣ ਲਿਆ ਕਰੋ, ਜਿਹੜੀ ਉਹ ਆਖਦੀ ਹੈ। ਤੁਹਾਡਾ ਤੇ ਕੋਈ ਨੁਕਸਾਨ ਨਹੀਂ ਹੋਣਾ, ਉਹ ਤੇ ਤੁਹਾਡੇ ਤੇ ਆਪਣੇ ਭਲੇ ਵਾਸਤੇ ਕਰਦੀ ਹੈ। ਬਾਕੀ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟਸ ਤੇ ਸਬਸਕ੍ਰਾइब करा करो। दुआवां जी याद रखा करो, अपनी सेहत का ख्याल रखा करो। अल्लाह हाफिज़।